ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ। ਵੈਲਕਮ। ਸਤਿ ਸ਼੍ਰੀ ਅਕਾਲ ਜੀ, ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅਫਗਾਨਿਸਤਾਨ ਕਾਬੁਲ ਦੇ ਗੁਰਦੁਆਰਾ ਸਾਹਿਬ ਤੇ ਜੋ ਹਮਲਾ ਹੋਇਆ ਉਹਦੇ 'ਚ ਕਾਫੀ ਕੁਝ ਹੁਣ ਤੱਕ ਬਾਹਰ ਵੀ ਆ ਚੁੱਕਿਆ। ਹਾਲਾਂਕਿ ਇਸਲਾਮਿਕ ਸਟੇਟ ਤੇ ਲਗਾਤਾਰ ਆ ਗੱਲ ਵੀ ਚੱਲਦੀ ਸੀ ਕਿ ਇਸਲਾਮਿਕ ਸਟੇਟ ਜ਼ਿੰਮੇਵਾਰੀ ਲੈ ਲੈਂਦੀ ਹੈ ਇਹਨਾਂ ਗੱਲਾਂ ਦੀ। ਇੱਕ ਅਟੈਕ ਪਹਿਲਾਂ ਹੋਇਆ ਸੀ, 25 ਸਿੱਖ ਮਾਰੇ ਗਏ ਸੀ। ਛੋਟੀਆਂ ਛੋਟੀਆਂ ਹੋਰ ਘਟਨਾਵਾਂ ਨੇ, ਇਕੱਲੇ ਅਫਗਾਨਿਸਤਾਨ 'ਚ ਨਹੀਂ, ਪਾਕਿਸਤਾਨ 'ਚ ਵੀ 2 ਸਿੱਖ ਮਾਰੇ ਗਏ ਸੀ। ਅਸੀਂ ਖਬਰ ਵੀ ਕੀਤੀ ਸੀ ਉਹ। ਸੋ ਕੁੱਲ ਮਿਲਾ ਕੇ ਜੇਕਰ ਆਪਾਂ ਗੱਲ ਕਰੀਏ ਜੋ ਆਹ ਕੁਛ ਵਾਪਰ ਰਿਹਾ ਲਗਾਤਾਰ, ਭੱਟੀ ਸਾਹਿਬ ਨਾਲ ਵੀ ਅਸੀਂ ਡਿਸਕਸ ਕਰਦੇ ਰਹਿੰਦੇ ਹਾਂ ਪ੍ਰੋਗਰਾਮਾਂ ਦੇ ਵਿੱਚ ਕਿ ਆਹ ਮੋੜਾ ਕਿਹੜਾ ਸੰਸਾਰ ਨੂੰ, ਜਿਸ ਉੱਤੇ ਆ ਕੇ ਅਸੀਂ ਹੁਣ ਖੜੇ ਹੋ ਗਏ। ਅੱਜ ਵੀ ਭੱਟੀ ਸਾਹਿਬ ਨਾਲ ਇਸੇ ਮਸਲੇ 'ਤੇ ਗੱਲਬਾਤ ਕਰਾਂਗੇ ਕਿਉਂਕਿ ਸਾਰੀਆਂ ਘਟਨਾਵਾਂ ਆਪਸ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਆਹ ਜੁੜਦੀਆਂ ਨੇ। ਇਹਨਾਂ ਦੇ ਪਿੱਛੇ ਕਾਰਨ ਹੁੰਦੇ ਨੇ। ਲਗਾਤਾਰ ਭੱਟੀ ਸਾਹਿਬ ਉਸ ਦੇ ਵਿੱਚ ਜ਼ਿਕਰ ਕਰਦੇ ਰਹਿੰਦੇ ਨੇ ਕਿ ਕਿਹੜੇ ਕਾਰਨ ਨੇ, ਕਿਵੇਂ ਕਿਵੇਂ ਜੁੜਦੇ ਨੇ। ਅੱਜ ਵੀ ਭੱਟੀ ਸਾਹਿਬ ਨਾਲ, ਭੱਟੀ ਸਾਹਿਬ ਜੋ ਕੁਛ ਕਾਬੁਲ ਦੇ ਵਿੱਚ ਉੱਥੇ ਹੋਇਆ, ਗੁਰਦੁਆਰਾ ਸਾਹਿਬ 'ਤੇ ਅਟੈਕ ਹੋਇਆ, ਇਹਨੂੰ ਸਮਝੀਏ ਕਿੱਦਾਂ? ਸਿੱਧਾ ਹੀ ਸਮਝ ਲਈਏ, ਸਹਿਜ ਸਮਝ ਲਈਏ, ਜਾਂ ਫਿਰ ਮੈਨੂਪਲੇਟਰ ਸਮਝੀਏ? ਉਸ ਤੋਂ ਪਹਿਲਾਂ ਜੋ ਘਟਨਾ ਵਾਪਰੀ ਉਹਦੇ 'ਤੇ ਤੁਹਾਡੇ ਕੀ ਵਿਚਾਰ ਨੇ, ਕਿਵੇਂ ਦੇਖਦੇ ਹੋ ਉਸ ਵਰਤਾਰੇ ਨੂੰ? ਭੰਗੂ ਸਾਹਿਬ, ਦੇਖੋ, ਇੱਕ ਤਾਂ ਦੁੱਖ ਦੀ ਗੱਲ ਹੈ ਜੀ। ਕੋਈ ਉਹ ਵਿਚਾਰੇ ਜਿਹੜੇ ਉੱਥੇ ਸਿੱਖ ਰਹਿ ਰਹੇ ਨੇ, ਮਾਮੂਲੀ ਜਿਹੀ ਗਿਣਤੀ ਹੈ ਸਿੱਖਾਂ ਦੀ, ਕੋਈ ਜ਼ਿਆਦਾ ਤਾਂ ਹੈ ਨਹੀਂ ਉੱਥੇ, ਕਿਸੇ ਲਈ ਉਹ ਖਤਰਾ ਨਹੀਂ ਹਨ। ਕੋਈ ਉਹਨਾਂ ਦੀ ਤਾਲਿਬਾਨ ਦੇ ਨਾਲ ਵੀ ਕੋਈ ਖਾਸ ਮੇਰੇ ਖਿਆਲ ਕੰਟਰਾਡਿਕਸ਼ਨ ਨਹੀਂ ਹੈ। ਹਮਲਾ ਜਿਹੜਾ ਕੀਤਾ ਹੈ ISIS ਰਾਹੀਂ ਹੋਇਆ, ਜਿਹੜੇ ਤਾਲਿਬਾਨ ਦੇ ਨਾਲ ਲੜ ਰਹੇ ਨੇ ਉੱਥੇ, ਮਤਲਬ ਇੱਕ ਪੈਰਲਲ ਗਰੁੱਪ ਹੈਗਾ। ਅਤੇ ਕੋਈ ਇਹਦੀ ਵਜ੍ਹਾ ਨਹੀਂ ਸਮਝ ਆਉਂਦੀ। ਸਿਰਫ ਜਿਹੜਾ ਇੱਕ ਜਨੂਨ ਹੈ, ਮਜ਼ਹਬੀ ਜਨੂਨ ਕਹਿ ਲਓ ਜਾਂ ਮੈਨੀਪੂਲੇਸ਼ਨ ਕਹਿ ਲਓ ਜਾਂ ਇੱਕ ਉਹਨੂੰ ਫੰਡਾਮੈਂਟਲਿਜ਼ਮ ਕਹਿ ਲਓ, ਜਿਹੜਾ ਮਰਜ਼ੀ ਨਾਂ ਦੇ ਲਓ, ਉਹਨਾਂ ਨੂੰ ਕੋਈ ਟਾਰਗੇਟ ਚਾਹੀਦਾ ਸੀ। ਉਹਨਾਂ ਨੂੰ ਲੱਗਿਆ ਵੀ ਅਸੀਂ ਇਸ ਟਾਰਗੇਟ ਨੂੰ, ਇਹ ਸੌਫਟ ਹੈ, ਇਹਨਾਂ ਦੀ ਜ਼ਿਆਦਾ ਸੁਰੱਖਿਆ ਨਹੀਂ ਹੋਣੀ, ਇਸ ਕਰਕੇ ਹਮਲਾ ਕਰ ਸਕਦੇ ਹਾਂ। ਦੂਜੀ ਚੀਜ਼ ਇਹ ਹੈ ਕਿ 2 ਬੰਦਿਆਂ ਦੀ ਜਾਨ ਚਲੀ ਗਈ ਹੈ। ਸਵਿੰਦਰ ਸਿੰਘ ਸਰਦਾਰ ਜਿਹੜੇ ਉੱਥੇ ਸੀਗੇ, ਦੂਜਾ ਜਿਹੜਾ ਸਿਕਿਉਰਿਟੀ ਗਾਰਡ ਸੀ ਮਿਸਟਰ ਅਹਿਮਦ ਸੀ ਉੱਥੇ, ਉਹਦੀ ਵੀ ਜਾਨ ਚਲੀ ਗਈ। ਇੱਕ ਤਾਂ ਇਹ ਮਤਲਬ ਫੈਕਟ ਤਾਂ ਇਹ ਨੇ। ਅੱਛਾ, ਕਿਸੇ ਟਾਈਮ 1970 ਦੇ ਵਿੱਚ ਦੱਸਦੇ ਨੇ ਵੀ ਲਗਭਗ 5 ਲੱਖ ਦੇ ਲਾਗੇ ਛਾਗੇ ਸਿੱਖਾਂ ਦੀ ਉੱਥੇ ਗਿਣਤੀ ਸੀ। ਘੱਟਦੀ 79 ਤੋਂ ਬਾਅਦ ਉੱਥੇ ਸੈਂਸਸ ਨਹੀਂ ਕੋਈ ਹੋਇਆ। 90 ਦੇ ਵਿੱਚ ਕਿਸੇ ਨੇ ਰਿਪੋਰਟ ਕੀਤਾ ਸੀ ਕਿ ਸਾਰੇ ਰਲਾ ਕੇ ਪੰਜਾਬੀ ਜ਼ਿਆਦਾਤਰ ਸਿੱਖ ਸੀਗੇ, ਉੱਥੇ ਲੱਖ ਕੁ ਗਿਣਤੀ ਸੀਗੀ। ਹੁਣ ਮੇਰਾ ਖਿਆਲ ਹੈ ਕੱਲ੍ਹ ਦੀ ਜਿਹੜੀਆਂ ਸਟੇਟਮੈਂਟਾਂ ਸੁਣ ਰਹੇ ਹਾਂ, 20-25 ਫੈਮਲੀਜ਼ ਰਹਿ ਗਈਆਂ ਸੀ। ਉਹਨਾਂ ਨੇ ਵੀ ਅਪੀਲ ਕਰੀ ਯਾਰ, ਇੰਡੀਅਨ ਗੌਰਮੈਂਟ ਨੇ ਮੇਰੇ ਖਿਆਲ ਵੀਜ਼ੇ ਉਹਨਾਂ ਨੂੰ ਅੱਜ ਜਾਰੀ ਕਰਤੇ ਨੇ। ਸੋ ਸਿੱਖਾਂ ਦਾ ਲਗਭਗ ਉੱਥੋਂ ਨਿਕਲਣਾ ਤੈਅ ਹੀ ਹੈ ਹੁਣ। ਖਤਮ, ਮਤਲਬ ਉੱਥੋਂ ਅਫਗਾਨਿਸਤਾਨ 'ਚੋਂ ਸਿੱਖ ਖਤਮ ਹੋ ਗਏ ਨੇ। ਇਹ ਤਾਂ ਹੈਗੀ ਇੱਕ ਸਰਫੇਸ ਰਿਐਲਿਟੀ, ਫੈਕਚੁਅਲ ਰਿਪੋਰਟਿੰਗ ਕਹਿ ਲਓ ਤੁਸੀਂ। ਜੇ ਬਰੀਕੀ ਦੇ ਵਿੱਚ ਇਹਦੇ ਜਾਣਾ ਹੋਵੇ ਤਾਂ ਬਰੀਕੀ ਦੇ ਵਿੱਚ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਆਇਡੈਂਟੀਟੀ ਪੋਲੀਟਿਕਸ ਹੈ, ਪਛਾਣ ਦੀ ਲੜਾਈ ਹੈ ਜਿਹੜੀ ਆਪਸ ਦੇ ਵਿੱਚ, ਛੋਟੇ ਗਰੁੱਪਾਂ 'ਚ ਵੀ, ਵੱਡਿਆਂ 'ਚ ਵੀ, ਮੁਲਕਾਂ 'ਚ ਵੀ, ਉਹ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਉਹ ਇੱਕ ਕਿਸਮ ਦਾ ਸਮੂਹਕ ਪਾਗਲਪਨ ਅਸੀਂ ਇਹਨੂੰ ਕਹਿ ਸਕਦੇ ਹਾਂ, ਉਹ ਚੱਲ ਰਿਹਾ ਹੈ। ਤੁਸੀਂ ਕਿਸੇ ਸਾਰੇ ਪਲੈਨਟ ਦੇ ਉੱਪਰ ਨਿਗਾਹ ਮਾਰ ਕੇ ਦੇਖ ਲਓ ਤਾਂ ਸਾਨੂੰ ਇਹ ਸਮਝ ਆ ਜਾਂਦੀ ਹੈ ਬੜੀ ਜਲਦੀ। ਹੋਈ ਇਹ ਸ਼ੁਰੂ ਹੈ ਤਾਂ ਪੁਰਾਣੀ ਬਹੁਤ, ਧਰਮਾਂ ਦੀ ਲੜਾਈ ਕੋਈ ਨਵੀਂ ਨਹੀਂ ਹੈ, ਪਰ ਇਹ ਲੜਾਈ ਦੇ ਰੂਪ ਬਦਲਦੇ ਚਲੇ ਗਏ। ਹੁਣ ਜਿਹੜਾ ਰੂਪ ਆ ਗਿਆ ਇਹ ਖਤਰਨਾਕ ਇਸ ਕਰਕੇ ਹੈ ਕਿ ਇਹ ਆਲਮੋਸਟ ਅੰਤਮ ਰੂਪ ਹੈ। ਸ਼ੁਰੂ ਕਿਵੇਂ ਹੋਇਆ ਕੰਮ? ਸ਼ੁਰੂ ਹੋਇਆ ਵਰਲਡ 2 ਹਿੱਸਿਆਂ 'ਚ ਵੰਡਿਆ ਹੋਇਆ ਸੀ। ਇੱਕ ਪਾਸੇ ਸੋਸ਼ਲਿਸਟ ਕੈਂਪ ਸੀ, ਇੱਕ ਪਾਸੇ ਕੈਪੀਟਲਿਸਟ ਕੈਂਪ ਸੀਗਾ। ਜਦੋਂ ਜਿਹੜੇ ਸੋਸ਼ਲਿਸਟ ਕੈਂਪ ਵਾਲੇ ਮਾਰਕਸਿਸਟ ਸੀ ਜ਼ਿਆਦਾਤਰ, ਉਹ ਆਇਡੈਂਟੀਟੀ ਦੀ ਪੋਲੀਟਿਕਸ ਨਹੀਂ ਸੀ ਕਰਦੇ, ਉਹ ਗਰੀਬੀ ਅਮੀਰੀ ਦੀ ਪੋਲੀਟਿਕਸ ਕਰਦੇ ਸੀ ਕਿ ਅਸੀਂ ਗਰੀਬਾਂ ਦੇ, ਜੀ ਵਰਕਰਾਂ ਦੇ, ਕਿਸਾਨਾਂ ਦੇ ਅਸੀਂ ਹੈਗੇ ਅਲਮਰਦਾਰ, ਅਮੀਰਾਂ ਦੇ ਅਸੀਂ ਉਲਟਾਂ। ਜਿਹੜੇ ਪੱਛਮੀ ਦੇਸ਼ ਸੀਗੇ ਜਿਨ੍ਹਾਂ 'ਚ ਕੈਪੀਟਲਿਜ਼ਮ ਸੀਗਾ, ਉਹ ਅਮੀਰਾਂ ਦੇ ਗਿਣੇ ਜਾਂਦੇ ਸੀ। ਸੋ ਜਿਹੜੇ ਉਹਨਾਂ ਦੇ ਇੰਟੈਲੈਕਚੁਅਲ ਸੀ ਜ਼ਿਆਦਾ, ਫੂਕੋਯਾਮਾ ਵਗੈਰਾ, ਜੇ ਤੁਸੀਂ ਦੇਖੋ ਉਸ ਟਾਈਮ ਇਹ 70s ਤੋਂ ਬਾਅਦ ਸ਼ੁਰੂ ਹੋ ਜਾਂਦਾ ਅਤੇ 90s ਦੇ ਵਿੱਚ ਆ ਕੇ ਲਗਭਗ ਸਿਰੇ 'ਤੇ ਚੜ੍ਹ ਜਾਂਦਾ ਪੂਰਾ। ਉਹਨਾਂ ਨੇ ਜੈਂਡਰ ਆਇਡੈਂਟੀਟੀ ਲਈ, ਛੋਟੀਆਂ ਧਾਰਮਿਕ ਆਇਡੈਂਟੀਟੀਆਂ ਨੇ ਜਿਹੜੀਆਂ, ਉਹਦੇ 'ਚ ਬਹੁਤ ਸਾਰਾ ਇਨਵੈਸਟ ਕੀਤਾ। ਸ਼੍ਰੀਲੰਕਾ ਦੇ ਵਿੱਚ ਦੇਖੋ ਤੁਸੀਂ, ਮਤਲਬ ਉੱਥੇ ਤਾਮਿਲ ਤੇ ਉਹਦਾ ਲੜਾਈ ਹੋਈ। ਮਤਲਬ ਇਹਨਾਂ ਚੀਜ਼ਾਂ ਨੂੰ ਬਕਾਇਦਾ ਇਹਨਾਂ 'ਚ ਇਨਵੈਸਟਮੈਂਟ ਕੀਤੀ ਗਈ। ਪਰ ਇਹ ਇਨਵੈਸਟਮੈਂਟ ਹੈ ਜਿਹੜੀ ਇਸ ਤਰ੍ਹਾਂ ਦੀ ਸੀਗੀ ਜਿਹਨੂੰ ਲੋ ਇੰਟੈਂਸਿਟੀ ਵਾਰਫੇਅਰ ਕਹਿੰਦੇ ਨੇ, ਕਿ ਉਹ 'ਚ ਕੁਛ ਹਿੱਸੇ ਨੂੰ ਤੁਸੀਂ ਚੱਕੋ, ਉਹਨਾਂ ਨੂੰ ਪੈਸੇ ਵੀ ਦਿਓ, ਉਹਨਾਂ ਨੂੰ ਹਥਿਆਰ ਵੀ ਦਿਓ, ਉਹਨਾਂ ਨੂੰ ਟ੍ਰੇਨਿੰਗ ਵੀ ਦਿਓ। ਮਤਲਬ ਆਪਣੇ ਸਾਹਮਣੇ ਹੋਇਆ, ਸਾਡੀ ਸਟੇਟ ਨੇ ਕੀਤਾ ਬੰਗਲਾਦੇਸ਼ ਦੇ ਵਿੱਚ, ਬਿਲਕੁਲ ਸ਼੍ਰੀਲੰਕਾ ਦੇ ਵਿੱਚ ਹੋਇਆ, ਅਫਰੀਕਾ ਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਆਪਾਂ ਦੇਖ ਰਹੇ ਹਾਂ, ਇਸਲਾਮਿਕ ਵਰਲਡ ਦੇ ਵਿੱਚ ਹੋਇਆ। ਇਹਦੇ ਨਾਲ ਕੀ ਹੋਇਆ ਕਿ ਐਂਡ ਪੁਆਇੰਟ ਇੱਕ ਇਹ ਆਇਆ ਕਿ ਰਸ਼ੀਆ ਦਾ ਜਦੋਂ ਮਤਲਬ ਢੇਰੀ ਹੋ ਗਿਆ ਕੰਮ,
ਤਾਂ ਉਹ ਤੋਂ ਬਾਅਦ ਸਿਲਸਿਲਾ ਚੱਲਿਆ ਕਿ ਜਿਹੜਾ ਵਰਲਡ ਦੇ ਵਿੱਚ 2 ਬਣੇ ਹੋਏ ਸੀ ਪੋਲ, ਉਹ ਤਾਂ ਖਤਮ ਹੋ ਗਏ। 2 ਅੱਤ ਮਹਾਸ਼ਕਤੀਆਂ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਸੀ, ਅਮਰੀਕਾ ਇਕੱਲੇ ਦੀ ਡੋਮੀਨੈਂਸ ਹੋ ਗਈ। ਅਮਰੀਕਾ ਦੀ ਡੋਮੀਨੈਂਸ ਦਾ ਰਿਜ਼ਲਟ ਇਹ ਨਿਕਲਿਆ ਕਿ ਉਹਦੇ ਨਾਲ ਹੀ ਤੁਸੀਂ ਦੇਖਿਆ ਹੋਣਾ ਗਲੋਬਲਾਈਜੇਸ਼ਨ 90s ਦੇ ਵਿੱਚ ਆਉਂਦੀ ਹੈ। ਉਸ ਟਾਈਮ ਬੜੀ ਮੇਜਰ ਚੇਂਜ ਜਿਹੜੀ ਦੁਨੀਆ ਦੀ ਸਿਆਸਤ ਦੇ ਵਿੱਚ ਆਈ, ਜਿਹੜੀ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ 3 ਹਿੱਸਿਆਂ 'ਚ ਚੱਲਦਾ ਸਾਡਾ ਦੁਨੀਆ। ਇੱਕ ਸਮਾਜ ਹੈ, ਇੱਕ ਸਟੇਟ ਹੈ, ਰਾਜ ਭਾਗ ਹੈ, ਇੱਕ ਮਾਰਕੀਟ ਹੈ, ਵਪਾਰ ਹੈ। ਵਪਾਰ ਨੇ ਰਾਜ ਤੇ ਕਬਜ਼ਾ ਕਰ ਲਿਆ। ਜਿਹੜੀ ਗਲੋਬਲਾਈਜੇਸ਼ਨ ਹੋਰ ਕੁਝ ਨਹੀਂ ਸੀ, ਵਪਾਰ ਦੀ ਗਲੋਬਲਾਈਜੇਸ਼ਨ ਸੀ। ਮਾਰਕੀਟ ਦੇ ਅਕੋਰਡਿੰਗਲੀ ਸਟੇਟਾਂ ਨੇ ਜਿਹੜੀਆਂ ਉਹ ਰੀਆਰਗੇਨਾਈਜ਼ ਹੋ ਗਈਆਂ, ਰੂਲ ਬਣਾਏ ਗਏ ਆ, ਗੈਟ ਸਮਝੌਤੇ, ਹੋਰ ਜਿਹੜੇ WTO ਜਿਹੜੇ ਅਸੀਂ ਹੁੰਦੇ ਫਿਰ ਰਹੇ ਹਾਂ, ਇਹੀ ਕੰਮ ਹੈ, ਮਲਟੀਨੈਸ਼ਨਲਸ ਦਾ ਰਾਜ ਹੋ ਗਿਆ। ਇਹ ਜਿਹੜਾ ਮੌਜੂਦਾ ਰਾਜ ਭਾਗ ਹੈ, ਟੈਰਰਿਜ਼ਮ ਇਹਦਾ ਹਿੱਸਾ ਹੈ, ਆਮ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ। ਟੈਰਰਿਜ਼ਮ ਦੇ ਨਾਲ ਸਟੇਟ ਨੂੰ ਇੰਨੀ ਪਾਵਰ ਮਿਲ ਜਾਂਦੀ ਹੈ, ਇੰਨੀ ਉਹਨੂੰ ਵਾਜਬੀਅਤ ਮਿਲ ਜਾਂਦੀ ਹੈ ਕਿ ਉਹ ਜੋ ਮਰਜ਼ੀ ਕਰ ਲੈਣ। ਆਪਾਂ ਦੇਖਿਆ ਪੰਜਾਬ ਦੇ ਵਿੱਚ ਐਸੇ ਮੂਰਖ ਫੈਸਲੇ, ਔਰ ਸਿਟੀਜ਼ਨਸ ਨੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਐਕਸੈਪਟ ਕਰਨੇ ਪੈਂਦੇ ਨੇ। ਇੱਥੇ ਕਿੰਨੀ ਮੇਰਾ ਖਿਆਲ ਹੈ 2-20 ਸਾਲ ਲਗਭਗ ਬੁਲਟ ਤੇ ਮੋਟਰਸਾਈਕਲ ਤੇ ਪਾਬੰਦੀ ਲੱਗੀ ਰਹੀ ਹੈ। ਕੋਈ ਹੈ ਇਹਦੀ ਲੌਜਿਕ ਮੈਨੂੰ ਸਮਝਾਓ। ਮੈਂ ਖੁਦ ਮਤਲਬ ਇੱਥੇ ਦੀ ਗੱਲ ਛੱਡੋ, ਤੁਸੀਂ ਨਿਊਯਾਰਕ 에ਅਰਪੋਰਟ ਦੇ ਉੱਪਰ ਮੈਂ ਖੁਦ ਦੇਖੇ 2 ਕੇਸ। ਇੱਕ ਲੇਡੀ ਆਪਣੀ ਮਾਂ ਨੂੰ ਲੈ ਕੇ ਜਾ ਰਹੀ ਹੈ, ਵੀਲਰ ਚੇਅਰ ਤੇ ਹੈ, ਉਹਦਾ ਉਹਨਾਂ ਨੇ ਜਲੂਸ ਕੱਢਤਾ ਸਿਕਿਉਰਿਟੀ ਵਾਲਿਆਂ ਨੇ, ਮਤਲਬ ਉਹਦੀ ਫਲਾਈਟ ਲੇਟ ਹੋ ਰਹੀ ਸੀ, ਉਹ ਰੋ ਰਹੀ ਸੀ। ਇੱਕ ਅੰਗਰੇਜ਼ ਲਗਭਗ 80 ਸਾਲ ਦਾ, ਮਤਲਬ ਉਹਦੀ ਬੈਲਟ ਲੁਹਾ ਰਹੇ ਨੇ, ਉਹਦੇ ਸ਼ੂਜ਼ ਖਿਲਾਏ ਜਾ ਰਹੇ ਨੇ, ਉਹਦੀਆਂ ਜਰਾਬਾਂ ਖੋਲ, ਮਤਲਬ ਅੰਗਰੇਜ਼ ਹੈ, ਦਿਖ ਰਿਹਾ ਹੈ 80 ਸਾਲ ਦਾ ਬੰਦਾ ਹੈ, ਕਿਸ ਟੈਰਰਿਜ਼ਮ ਕਰ ਦੂਗਾ ਉਹ। ਸੋ ਇਹਦੇ 9 ਹਿੱਟ, ਸਿਕਿਉਰਿਟੀ ਦੇ 9 ਹਿੱਟ। ਤੁਸੀਂ ਜੋ ਮਰਜ਼ੀ ਸਿਟੀਜ਼ਨਸ ਤੇ ਪਾਬੰਦੀ ਲਾ ਦਿਓ, ਕੋਈ ਬੋਲ ਨਹੀਂ ਸਕਦਾ। ਔਰ ਸਾਰੀਆਂ ਸਟੇਟਾਂ ਨੇ ਆਪਣੇ ਆਪ ਨੂੰ ਇੰਨੀਆਂ ਪਾਵਰਫੁਲ ਬਣਾ ਲਿਆ। ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਸਾਡੇ ਪਿੰਡ ਟੂਰਨਾਮੈਂਟ ਹੁੰਦਾ ਸੀ, ਸਿਪਾਹੀ ਇੱਕ ਆਉਂਦਾ ਹੁੰਦਾ ਸੀ, ਜਦੋਂ ਪੁਲਿਸ ਨੂੰ ਸੱਦਦੇ ਸੀ, ਉਹ ਡੰਡਾ ਫਸਾਇਆ ਹੁੰਦਾ ਸੀ ਸਾਈਕਲ ਦੇ ਵਿਚਾਲੇ, ਇੱਥੇ ਇੱਕ ਤਾਂ ਕੱਛਾ ਪਾਇਆ ਹੁੰਦਾ ਸੀ। ਹੁਣ ਤੁਸੀਂ ਪੁਲਿਸ ਦੀ ਪਹਿਲਾਂ ਤਾਂ ਗਿਣਤੀ ਦੇਖੋ, ਫਿਰ ਉਹਨਾਂ ਕੋਲ ਹਥਿਆਰ ਦੇਖੋ, ਫਿਰ ਉਹਨਾਂ ਕੋਲ ਵਹੀਕਲ ਦੇਖੋ, ਫਿਰ ਉਹਨਾਂ ਕੋਲ ਸਾਧਨ ਦੇਖੋ ਕਿੰਨੇ ਨੇ। ਸੋ ਇਹ ਟੈਰਰਿਜ਼ਮ ਦੀ ਸਟੇਟ ਨੂੰ ਸਟਰੋਂਗ ਕਰਨ ਦੀ ਉਹ ਹੈ। ਸੋ ਇਹਦਾ ਹਿੱਸਾ ਹੈ ਇਹ। ਆਮ ਬੰਦੇ ਨੂੰ ਲੱਗਦਾ ਵੀ ਲੜ ਰਹੇ ਨੇ ਸ਼ਾਇਦ ਇਹ ਜਿਹੜਾ ਲੋ ਇੰਟੈਂਸਿਟੀ ਵਾਰਫੇਅਰ ਹੈ, ਮਾਡਰਨ ਸਟੇਟ ਮਾਰਕੀਟ ਦਾ ਹਿੱਸਾ ਹੈ। ਇਹਦੇ 'ਚ ਬਕਾਇਦਾ ਇਨਵੈਸਟਮੈਂਟ ਹੁੰਦੀ ਹੈ। ਹੁਣ ਕੀ ਹੋਇਆ, ਆਪਾਂ ਪ੍ਰੈਜ਼ੈਂਟ ਉਹਦੇ 'ਚ ਆਈਏ ਕਿ ਤਾਲਿਬਾਨ ਨੇ ਜਿਹੜੇ, ਇਹ ਅਮਰੀਕਾ ਨਹੀਂ ਖੜੇ ਕਰੇ ਸੀ, ਵੈਸਟਰਨ ਕੰਟਰੀਜ਼ ਨੇ ਖੜੇ ਕਰੇ, ਮੇਨ ਅਮਰੀਕਾ ਨੇ ਖੜੇ ਕਰੇ ਰੂਸ ਨੂੰ ਉੱਥੋਂ ਭਜਾਉਣ ਦੇ ਲਈ। ਇਹਨਾਂ ਨੂੰ ਪਾਲਿਆ ਗਿਆ, ਹਥਿਆਰ ਦਿੱਤੇ ਗਏ, ਸਭ ਕੁਝ ਕੀਤਾ ਗਿਆ। ਫਿਰ ਕਿੰਨੀ ਦੇਰ ਇਹਨਾਂ ਨਾਲ ਡਾਇਲਾਗ ਕਰਕੇ, ਇਰਾਕ ਤੋਂ ਬਾਅਦ ਅਮਰੀਕਾ ਦਾ ਪੱਠਾ ਬੈਠ ਗਿਆ, ਉਹਨਾਂ ਨੇ ਪਿੱਛੇ ਹਟਣਾ ਸੀ। ਹੁਣ ਉਹਨਾਂ ਨੇ ਲਿਆ ਕੇ ਉਹਨਾਂ ਨੂੰ ਉੱਥੇ ਛੱਡਤਾ। ਅਰੇ ਬਕਾਇਦਾ ਸਮਝੌਤਾ ਹੋਇਆ, ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਸੀ ਉਹਨੂੰ ਕੱਢ ਕੇ ਲੈ ਕੇ ਗਏ। ਪਰ ਹੁਣ ਤੱਕ ਜਿਹੜਾ ਵੈਸਟਰਨ ਮੀਡੀਆ ਹੈ ਉਹ ਤਾਲਿਬਾਨ ਬਾਰੇ ਤਾਂ ਕੁਝ ਨਹੀਂ ਕਹਿ ਰਿਹਾ। ਉੱਥੇ ਉਹ ਕੁੜੀਆਂ ਨੂੰ ਨਹੀਂ ਪੜ੍ਹਨ ਦੇ ਰਹੇ, ਰੋਜ਼ਾਨਾ ਉਹ ਕਤਲੋ-ਗਾਰਤ ਕਰ ਰਹੇ ਨੇ, ਕਿੰਨਾ ਕੁਝ ਹੋ ਰਿਹਾ ਹੈ। ਔਰ ਜਿਹੜੀ ਦੂਜੀ ISIS ਹੈ, ਉਹਨੂੰ ਵੀ ਇਨਵੈਸਟਮੈਂਟ ਪਿੱਛੋਂ ਹੀ ਹੋ ਰਹੀ ਹੋਣੀ ਹੈ। ਮਤਲਬ ਖਿੱਤਾ ਬਣਾ ਲਿਆ ਉੱਦਾਂ ਦਾ, ਕਿਉਂਕਿ ਉਹਦੀ ਇਕਨੋਮਿਕਸ ਹੈ, ਹਥਿਆਰ ਵੀ ਤਾਂ ਹੀ ਵਿਕਣਗੇ। ਬਿਲਕੁਲ। ਅੱਛਾ, ਲੋਕ ਭੁੱਖੇ ਮਰ ਰਹੇ ਨੇ, ਮਤਲਬ ਉੱਥੇ ਹਿਊਮਨ ਕ੍ਰਾਈਸਿਸ ਖੜਾ ਹੋਇਆ, ਰਿਫਿਊਜੀਜ਼ ਦਾ ਕ੍ਰਾਈਸਿਸ ਹੈ, ਪਰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦਾ, ਕਿਉਂਕਿ ਅਸੀਂ ਆਪਣੀ ਫੌਜ ਕੱਢ ਲਈ ਹੈ ਅਤੇ ਅਸੀਂ ਉਹਨਾਂ ਨੂੰ ਛੱਡਤਾ ਵੀ ਮਰੋ ਜਿੱਥੇ ਤੁਸੀਂ ਮਰਨਾ ਹੈ। ਸੋ ਜੇ ਸਾਰੇ ਖਿੱਤੇ ਤੁਸੀਂ ਨਿਗਾਹ ਮਾਰੋ, ਸਾਰੇ ਪਲੈਨਟ ਦੇ ਉੱਪਰ ਇਵੇਂ ਹੀ ਹੋ ਰਿਹਾ ਹੈ ਜੀ। ਜਿੱਥੇ ਜਿੱਥੇ ਟੈਰਰਿਜ਼ਮ ਗਿਆ, ਜਿੱਥੇ ਜਿੱਥੇ ਇਨਵੈਸਟਮੈਂਟ ਹੋਈ ਹੈ, ਉੱਥੇ ਟੈਰਰਿਜ਼ਮ ਗਿਆ, ਉੱਥੇ ਤਬਾਹੀ ਹੋਈ। ਇਹ ਸਾਰਾ ਖਿੱਤਾ ਸਾਡਾ, ਇਕੱਲੀ ਇਹਦੇ 'ਚ ਆਪਾਂ ਨੂੰ ਉੱਥੇ ਦੀਆਂ ਸਿੱਖ ਫੈਮਿਲੀਜ਼ ਦੀ ਗੱਲ ਦੇਖਣ ਵਾਲੀ ਨਹੀਂ, ਇਹਦੇ 'ਚ ਅਫਗਾਨਿਸਤਾਨ, ਪਾਕਿਸਤਾਨ, ਈਵਨ ਨਾਰਥ ਇੰਡੀਆ, ਪੰਜਾਬ, ਇਹ ਇਸ ਤਰ੍ਹਾਂ ਦਾ ਮਤਲਬ ਇੱਧਰਲੇ ਪਾਸੇ ਨੂੰ ਵੱਧ ਰਿਹਾ ਹੌਲੀ ਹੌਲੀ। ਪਰ ਇਹਦੇ 'ਚ ਹੁਣ ਮੇਰਾ ਖਿਆਲ ਹੈ, ਕੋਈ ਮੇਰੇ ਕੋਲ ਫੈਕਟ ਤਾਂ ਨਹੀਂ ਹਨ, ਹੁਣ ਜੇ ਅਮਰੀਕਾ ਨਹੀਂ ਤਾਂ ਚਾਈਨਾ ਇਨਵੈਸਟ ਕਰ ਰਿਹਾ ਹੋਊਗਾ, ਕਿਉਂਕਿ ਜਿਹਦੇ ਮਾਰਕੀਟ 'ਤੇ ਕਬਜ਼ਾ ਰੱਖਣਾ ਹੈ ਉਹਨੂੰ ਕਿਤੇ ਵੀ ਸਟਰੋਂਗ ਸਟੇਟ ਨਹੀਂ ਚਾਹੀਦੀ। ਉਹਨੂੰ ਥੋੜ੍ਹੀ ਮੋਟੀ ਗੜਬੜ ਉੱਥੇ ਕਰੂਗਾ, ਫਿਰ ਹੀ ਉਹਦਾ ਕਬਜ਼ਾ ਹੋਊਗਾ ਨਾ ਉਸ ਚੀਜ਼ ਦਾ। ਸੋ ਲੜਾਈ ਤਾਂ ਬੇਸਿਕਲੀ ਇਸ ਪਲੈਨਟ ਦੇ ਉੱਪਰ ਜਿਹੜੇ ਸਾਧਨ ਨੇ ਉਹਨਾਂ ਦੇ ਕਬਜ਼ੇ ਦੀ ਹੈ ਜੀ। ਚਾਹੇ ਉਹ ਸਾਧਨ ਤੇਲ ਹੈ, ਚਾਹੇ ਉਹ ਸਾਧਨ ਮਿਨਰਲਸ ਨੇ, ਚਾਹੇ ਉਹ ਸਾਧਨ ਮਨੁੱਖੀ ਸਾਧਨ ਨੇ। ਹੁਣ ਸਾਡੇ ਜਿਹੜਾ ਚੰਗਾ ਬੰਦਾ ਹੈ, ਕੋਈ ਚੱਜ ਦਾ ਪੜ੍ਹਨ ਲਿਖਣ ਵਾਲਾ, ਪੀਸਫੁਲ, ਉਹ ਤਾਂ ਬਾਹਰ ਜਾ ਰਿਹਾ ਹੈ। ਅਫਗਾਨਿਸਤਾਨ ਦੇ ਤਾਂ ਸਾਰੇ ਹੀ ਚਲੇ ਗਏ। ਬਿਲਕੁਲ। ਸਾਡਿਓਂ ਵੀ ਇੱਥੋਂ ਜਾ ਰਹੇ ਨੇ, ਪਾਕਿਸਤਾਨ ਦੇ ਵੀ ਜਿਹੜਾ ਥੋੜ੍ਹਾ ਜਿਹਾ ਸੈਂਸੀਬਲ ਬੰਦਾ ਉਹ ਕਿਉਂ ਰਹੂਗਾ ਇਹੋ ਜਿਹੇ ਹਾਲਾਤ ਦੇ ਵਿੱਚ। ਸੋ ਐਸੀ ਹਾਲਾਤ ਕ੍ਰੀਏਟ ਕਰਦੇ ਹੋ ਕਿ ਉੱਥੇ ਤੁਸੀਂ ਆਪੇ ਹੀ ਲੋਕ ਲੜ ਮਰੀ ਜਾਣ, ਔਰ ਤੁਹਾਡੀ ਜ਼ਿੰਮੇਵਾਰੀ ਕੋਈ ਨਹੀਂ ਹੈ। ਫਿਰ ਪੋਲੀਟਿਕਸ ਹੋਊਗੀ ਕਦ ਤੇ, ਜੇਕਰ ਮਤਲਬ ਮਨੁੱਖ ਨਹੀਂ ਰਹਿਣਗੇ ਇੱਥੇ?
ਦੇਖੋ, ਇਹਦੇ 'ਚ ਸਮਝਣ ਵਾਲੀ ਗੱਲ ਸਿਰਫ ਇਹ ਹੈ ਕਿ ਜਦੋਂ ਸਾਡੀ ਜਿਹੜੀ ਚੇਤਨਾ ਹੈ ਨਾ ਉਹਦਾ ਵਿਕਾਸ ਇਸ ਤਰ੍ਹਾਂ ਹੀ ਹੁੰਦਾ ਹੈ। ਮਤਲਬ ਜਦੋਂ ਅਸੀਂ ਆਇਡੈਂਟੀਟੀ ਪੋਲਿਟਿਕਸ ਦੇ ਵਿੱਚ ਫਸ ਜਾਂਦੇ ਹਾਂ, ਜਦੋਂ ਅਸੀਂ ਨਿੱਜੀ ਜਿਹੜਾ ਰੀਜ਼ਨ ਹੈ, ਅਕਲ ਹੈ, ਵਿਵੇਕ ਹੈ, ਬੁੱਧ ਹੈ, ਉਹਨੂੰ ਛੱਡ ਕੇ ਅਸੀਂ ਸਮੂਹਕ ਜਿਹੜੀ ਉਹ ਕਹਿ ਲਓ ਮਤਲਬ ਸਮੂਹਕ ਆਇਡੈਂਟੀਟੀ ਹੈ ਜਿਹੜੀ ਇੱਕ ਬਣਾਈ ਹੋਈ, ਜਾਂ ਸਮੂਹਕ ਈਗੋ ਹੈ ਸਾਡੀ, ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ ਕਿ ਅਸੀਂ ਬੜੀ ਘੈਂਟ ਚੀਜ਼ ਹੁੰਦੇ ਹਾਂ ਜੀ, ਅਸੀਂ ਇਹ ਹੁੰਦੇ ਹਾਂ। ਹੁਣ ਤੁਸੀਂ ਦੇਖੋ ਨਾ, ਮੈਂ ਉੱਥੇ ਗਿਆ ਕੈਨੇਡਾ, ਤੁਹਾਨੂੰ ਛੋਟੀ ਜਿਹੀ ਗੱਲ ਮੈਂ ਦੱਸਦਾ। ਅਸੀਂ ਇੱਦਾਂ ਹੀ ਡਿਸਕਸ ਕਰ ਰਹੇ ਸੀ ਬੈਠੇ, ਐਨ ਮਰਫੀ ਹੈ ਉੱਥੇ, ਸਿੱਖੀਜ਼ਮ ਦੀ ਪ੍ਰੋਫੈਸਰ ਹੈ ਉਹ ਮੈਨੂੰ ਕਹਿੰਦੀ ਵੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਜੇ ਸਿੱਖ ਇੱਥੇ ਕੋਈ ਗਲਤੀ ਕਰੇ ਕੈਨੇਡਾ 'ਚ ਤਾਂ ਨਾਲ ਜੁੜ ਜਾਂਦਾ ਵੀ ਸਿੱਖ ਨੇ ਕਰੀ ਹੈ। ਜੇ ਕੋਈ ਵਾਈਟ ਕਰਦਾ ਤਾਂ ਇਹ ਨਹੀਂ ਲਿਖਿਆ ਜਾਂਦਾ ਵੀ ਵਾਈਟ ਨੇ ਕਰੀ ਹੈ। ਜਿੱਥੇ ਵੀ ਮੈਜੋਰਟੀ ਕਮਿਊਨਿਟੀ ਹੋਊਗੀ, ਉਹਦੇ 'ਚ ਜਿਹੜੀ ਵੀ ਮਿਨੋਰਟੀ ਹੈ ਉਹਨੂੰ ਡੀਫੇਮ ਕਰਨ ਦੇ ਲਈ ਲਤੀਫੇ ਘੜੇ ਜਾਣਗੇ। ਕੋਈ ਉਹਨਾਂ ਦਾ ਇੱਕ ਬੰਦਾ ਗਲਤੀ ਕਰੂ ਤਾਂ ਸਾਰੀ ਕਮਿਊਨਿਟੀ ਦੇ ਨਾਲ ਲੱਗ ਜੂਗੀ ਉਹ। ਹੁਣ ਤੁਸੀਂ ਦੇਖੋ ਨਾ, ਪਿਛਲੇ ਦਿਨ ਆ ਇੱਕ ਆਪਣੇ ਘਟਨਾ ਹੋਈ, ਮੈਂ ਦੇਖ ਰਿਹਾ ਸੀ, ਨਿਹੰਗ ਸਿੰਘ ਨੇ ਕਿਤੇ ਕੋਈ ਉਹ ਜਿਹੜਾ ਡਿਲੀਵਰੀ ਵਾਲਾ ਮੁੰਡਾ ਸੀ ਉਹਨੂੰ ਮਾਰਤਾ ਜੀ। ਇਹ ਸਾਰੀ ਸਿੱਖ ਕੌਮ ਦਾ ਕਸੂਰ ਹੈ ਇਹਦੇ 'ਚ। ਜੇ ਕਿਸੇ ਹਿੰਦੂ ਨੇ ਮਾਰਿਆ ਹੁੰਦਾ ਤਾਂ ਪਰਸਨਲ ਲੜਾਈ ਸੀ, ਤਾਂ ਦੋ ਬੰਦਿਆਂ ਦਾ ਝਗੜਾ ਹੋ ਗਿਆ ਸੀ, ਇਸ ਕਰਕੇ ਹੋਈ, ਮਾਰਿਆ ਗਿਆ। ਇਵੇਂ ਹੀ ਹੁੰਦਾ। ਮਤਲਬ ਜਿੱਥੇ ਕਿਤੇ ਕੋਈ, ਚਾਹੇ ਉਹ ਜਿਊਜ਼ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਰੋਹਿੰਗਿਆ ਨੇ, ਜਿੱਥੇ ਕੋਈ ਮਿਨੋਰਟੀ 'ਚ ਹੈ, ਉਹ ਸਾਰੀ ਉਹਦੀ ਕਮਿਊਨਿਟੀ ਦੀ ਆਇਡੈਂਟੀਟੀ ਬਣਾ ਕੇ ਉਹਨਾਂ ਸਾਰਿਆਂ ਨੂੰ ਹੋਰ ਲੇਬਲਿੰਗ ਕਰ ਦਿੱਤੀ ਜਾਂਦੀ ਹੈ ਉਹਦੀ। ਪਰ ਉਹਦਾ ਫਾਇਦਾ ਕੀ ਹੁੰਦਾ ਹੈ? ਹੁਕਮਰਾਨਾਂ ਨੂੰ ਕੀ ਫਾਇਦਾ ਹੁੰਦਾ ਹੈ? ਮਾਰਕੀਟ ਵਾਲਿਆਂ ਨੂੰ ਕੀ ਫਾਇਦਾ ਹੁੰਦਾ ਹੈ ਕਿ ਉਹ ਜਿਹੜੀ ਮੈਜੋਰਟੀ ਹੈ ਉਹਨੂੰ ਅਦਰ ਬਣਾ ਕੇ ਉਹ ਤੋਂ ਡਰਦੀ ਰਹਿੰਦੀ ਹੈ ਤੇ ਉਹਨਾਂ ਨਾਲੋਂ ਜੁੜੀ ਰਹਿੰਦੀ ਹੈ ਕਿ ਬੜੇ ਖਤਰਨਾਕ ਨੇ, ਇਹਨਾਂ ਤੋਂ ਖਤਰਾ ਹੈ। ਹੁਣ ਤੱਕ ਅਮਰੀਕਾ ਨੇ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਖਤਰਨਾਕ ਤਾਲਿਬਾਨ ਨੂੰ ਹੀ ਕਿਹਾ ਹੋਇਆ ਸੀ ਜੀ। ਹੁਣ ਉਹ ਠੀਕ ਨੇ। ਹੁਣ ਇੱਕ ਹੋਰ ਵਰਸ਼ਨ ਉਹਦਾ ISIS ਆ ਜਾਊਗਾ। ਹਾਲਾਂਕਿ ਬੰਦੇ ਹੀ ਨੇ, ਦੋ ਲੱਤਾਂ ਬਾਹਾਂ ਵਾਲੇ ਬੰਦੇ ਹੀ ਨੇ, ਉਹ ਬਣਾ ਇੱਦਾਂ ਦਿੱਤੇ ਜਾਂਦੇ ਨੇ ਵੀ ਇਹਨਾਂ ਤੋਂ ਬਹੁਤ ਖਤਰਾ ਹੈ। ਉਹ ਖਤਰੇ 'ਚੋਂ ਜਿਹੜਾ ਸਾਰਾ ਰਾਜ ਭਾਗ ਤੇ ਸਾਰੀ ਮਾਰਕੀਟ ਦੋ ਭਾਵਨਾਵਾਂ ਤੇ ਖੜੀ ਹੈ, ਡਰ ਤੇ ਲਾਲਚ। ਲੋਕਾਂ ਨੂੰ ਡਰਾਓ, ਨਾਲ ਲਾਓ, ਆਪਣੇ ਲਾਲਚ ਦੇ ਲਈ ਤੁਸੀਂ ਅੱਗੇ ਪਸਾਰਾ ਕਰਦੇ ਚਲੇ ਜਾਓ। ਜਿਵੇਂ ਤੁਸੀਂ ਕਿਹਾ ਕਿ ਵੀ ਆਹ ਜੋ ਕੁਛ ਵਾਪਰ ਰਿਹਾ ਅੰਤਿਮ ਪੜਾਅ 'ਤੇ, ਆਪਣੇ ਅੰਤਿਮ ਪੜਾਅ 'ਤੇ ਵੀ ਅੱਗੇ ਵਧੂਗਾ ਜਾਂ ਫਿਰ ਪਿੱਛੇ ਮੁੜਨਗੇ? ਦੇਖੋ, ਜੋ ਮੈਨੂੰ ਲੱਗ ਰਿਹਾ ਹੈ ਕਿ ਸਟੇਟ ਹੈ ਜਿਹੜੀ ਮਾਡਰਨ ਸਟੇਟ ਹੈ ਉਹ ਢਹਿ ਰਹੀ ਹੈ। ਜਿਹੜੀਆਂ ਸੰਸਥਾਵਾਂ ਨੇ ਨਾ ਸਾਡੀਆਂ ਰਾਜ ਭਾਗ ਦੀਆਂ, ਜਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਅਸੀਂ ਅੱਖਾਂ ਮੀਚ ਕੇ ਪਾਲਣ ਕਰ ਲੈਂਦੇ ਸੀ ਕਿ ਜੀ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਹੈ, ਇਹ ਜੀ ਥਾਣੇਦਾਰ ਕਹਿ ਰਿਹਾ ਹੈ, DC ਕਹਿ ਰਿਹਾ ਹੈ, ਗੱਲ ਸੱਚੀ ਹੋਊਗੀ, ਇਹ ਕੁਐਸਚਨ ਮਾਰਕ ਇਹਨਾਂ 'ਤੇ ਲੱਗ ਗਿਆ ਸਾਰਿਆਂ 'ਤੇ। ਸਟੇਟ ਹੈ ਜਿਹੜੀ ਅਮਰੀਕਾ 'ਚ, ਬਾਕੀ ਤਾਂ ਛੱਡੋ ਤੁਸੀਂ, ਇਲੈਕਸ਼ਨਾਂ ਹੋਈਆਂ, ਇੱਕ ਪ੍ਰੈਜ਼ੀਡੈਂਟ ਜਿੱਤ ਗਿਆ, ਇੱਕ ਹਾਰ ਗਿਆ। ਜਿਹੜਾ ਹਾਰਿਆ ਹੋਇਆ ਸੀ ਉਹਨੇ ਵਾਈਟ ਹਾਊਸ ਦੇ ਵਿੱਚ ਗੁੰਡੇ ਲੈ ਕੇ ਵੜ ਗਿਆ ਉਹ। ਮਤਲਬ ਜਿੱਥੋਂ ਅਸੀਂ ਕਹਿੰਦੇ ਵੀ ਡੈਮੋਕ੍ਰੇਸੀ ਇੱਥੋਂ ਨਿਕਲੀ ਹੈ। ਮਤਲਬ ਇਹ ਦਿਨ ਹੀ ਦੇਖ ਰਹੇ ਹਾਂ ਅਸੀਂ। ਇੱਦਾਂ ਹੀ ਕਰੋਨਾ 'ਚ ਹੋਇਆ। ਮਤਲਬ ਸਾਰੀ ਦੁਨੀਆ ਦੇ ਮਾਸਕ ਪਵਾ ਦਿਓ, ਅੰਦਰ ਹੀ ਵਾੜ ਦਿਓ, ਕੁੱਟ ਦਿਓ। ਮਤਲਬ ਸਟੇਟ ਦੀ ਜਿਹੜੀ ਵਾਜਬੀਅਤ ਹੈ ਲੋਕਾਂ ਦੀ ਨਿਗਾਹ 'ਚ ਬਹੁਤ ਘਟ ਗਈ ਹੈ। ਇਹਦੇ 'ਚ ਜਿਹੜੀ ਮੀਡੀਆ, ਪਹਿਲਾਂ ਦੇਖੋ ਕਿੰਨੇ ਸ਼ਹੀਦ ਹੋਏ ਨੇ ਆਪਣੇ ਜਰਨਲਿਸਟ ਸੱਚਾਈ ਰਿਪੋਰਟ ਕਰਨ ਲਈ। ਵੀਅਤਨਾਮ ਤੋਂ ਲੈ ਕੇ ਕਿੰਨੀਆਂ ਲੜਾਈਆਂ ਪੜਾਈਆਂ 'ਚ ਸੱਚ ਬੋਲਣ ਵਾਲੇ ਸੀਗੇ ਬੰਦੇ। ਮੀਡੀਆ ਜਿਹੜਾ ਉਸ ਸੱਤਾ ਦੇ ਨਾਲ ਰਲ ਗਿਆ ਹਰ ਜਗ੍ਹਾ ਹੀ, ਚਾਹੇ ਉਹ ਅਮਰੀਕਾ, ਚਾਹੇ ਸਾਡੇ। ਕਿਤੇ ਕੋਈ ਢੋਲ ਜ਼ਿਆਦਾ ਪਿੱਟ ਰਿਹਾ, ਕਿਤੇ ਕੋਈ ਢੋਲ ਪਿੱਟਣ ਦੀ ਬਜਾਏ, ਸੱਚ ਦੀ ਬਜਾਏ ਥੋੜ੍ਹਾ ਜਿਹਾ ਟੇਢਾ ਜਿਹਾ ਸੱਚ ਦਿਖਾ ਰਿਹਾ ਹੈ। ਪਰ ਮੀਡੀਆ ਦੇ ਵਿੱਚ ਗਿਰਾਵਟ ਆ ਗਈ ਹੈ। ਮਤਲਬ ਅੱਜ ਦੀ ਡੇਟ 'ਚ ਜਿਹੜੀਆਂ ਸੰਸਥਾਵਾਂ ਨੇ, ਚਾਹੇ ਉਹ ਸਟੇਟ ਹੈ, ਚਾਹੇ ਉਹ ਮੀਡੀਆ, ਚਾਹੇ ਜੁਡੀਸ਼ਰੀ ਹੈ, ਜਿਹੜੀਆਂ ਸਾਡੀਆਂ ਇੱਜ਼ਤ ਤੋਂ ਧਰਮ ਦੀਆਂ ਜਿਹੜੀਆਂ ਥਾਵਾਂ ਸੀ, ਉਹਨਾਂ ਦੇ ਉੱਪਰ ਜਿਹੜੇ ਬੰਦੇ ਬੈਠੇ ਨੇ ਉਹਨਾਂ ਦਾ ਕਿਰਦਾਰ ਗਿਰ ਗਿਆ ਹੈ। ਉਹ ਸਦਾਚਾਰਕ ਤੌਰ 'ਤੇ ਉਸ ਲੈਵਲ ਦੇ ਨਹੀਂ ਹਨ ਜਿੰਨੀ ਇੱਜ਼ਤ ਉਹਨਾਂ ਸੰਸਥਾਵਾਂ ਨੂੰ ਦਿੱਤੀ ਜਾਂਦੀ ਸੀ। ਇਸ ਕਰਕੇ ਉਹ ਢਹਿ ਢੇਰੀ ਹੋ ਰਹੀਆਂ ਨੇ। ਜਦੋਂ ਇਹ ਢਹਿ ਢੇਰੀ ਹੋਣਗੀਆਂ ਤਾਂ ਨਵਾਂ ਨਿਜ਼ਾਮ ਇਮਰਜ ਕਰੂਗਾ। ਉਹ ਕਰੂਗਾ ਲੋਕਾਂ ਦੀ ਚੇਤਨਾ ਦੇ ਵਿੱਚੋਂ। ਅਸੀਂ ਜਦੋਂ ਇਹ ਸੋਚਣ ਲੱਗ ਜਾਂਦੇ ਹਾਂ ਕਿ ਯਾਰ ਮੈਂ ਬੜੀ, ਮਤਲਬ ਅਸੀਂ ਇੱਕ ਭਰਮ ਸਾਨੂੰ ਸਿਰਜ ਕੇ ਦੇ ਦਿੰਦੇ ਹਾਂ ਅਸੀਂ, ਜਾਂ ਕਮਿਊਨਿਟੀ ਦੀ ਜਿਹੜੀ ਈਗੋ ਦਾ ਇੱਕ ਭਰਮ ਸਿਰਜ ਲੈਂਦੇ ਹਾਂ। ਬੇਸਿਕਲੀ ਉਹ ਝੂਠ ਹੁੰਦਾ ਹੈ। ਉਹ ਭਰਮ 'ਚੋਂ ਸਾਨੂੰ ਨਿਕਲਣਾ ਪਊਗਾ ਜੀ। ਅਸੀਂ ਜਦੋਂ ਦੂਜੇ ਬੰਦੇ ਵੱਲ ਦੇਖਦੇ ਹਾਂ, ਜੇ ਅਸੀਂ ਉਹਦੇ 'ਚ ਸਾਨੂੰ ਇਨਸਾਨ ਨਜ਼ਰ ਆਉਂਦਾ ਹੈ, ਇਹ ਤਾਂ ਚੇਤਨਾ ਹੈ। ਸਾਰੇ ਧਰਮਾਂ 'ਚ ਇਵੇਂ ਹੋਇਆ। ਜਦੋਂ ਵੀ ਨਵਾਂ ਧਰਮ ਕੋਈ ਉੱਠਿਆ ਹੈ, ਉਹਨੇ ਇਹੀ ਗੱਲ ਕਰੀ ਹੈ ਕਿ ਤੁਸੀਂ ਇਨਸਾਨ ਨੂੰ ਦੇਖੋ। ਸਾਡੇ ਵੀ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਵੋ, ਇਹੀ ਆਇਆ ਨਾ ਨਾਰਾ ਤਾਂ। ਬਿਲਕੁਲ, ਕਿ ਕੋਈ ਚਾਹੇ ਤੁਰਕ ਹੈ, ਚਾਹੇ ਕੋਈ ਹੈ, ਗਾਜ਼ੀ ਹੈ, ਹਿੰਦੂ ਹੈ, ਸਾਰੇ ਇੱਕ ਨੇ ਭਾਈ। ਜਿਹੜੇ ਮਾਨਸ ਦੇ ਬੱਚੇ ਨੇ ਉਹ ਇੱਕੋ ਹੀ ਨੇ। ਇਹ ਚੇਤਨਾ ਹੈਗੀ ਹੁਣ ਅੱਜ ਦੀ ਡੇਟ 'ਚ।
ਮੈਂ ਆ ਦੇਖ ਰਿਹਾ ਸੀ ਜੋ ਅਫਗਾਨ ਦੇ ਉੱਪਰ ਜਿਹੜਾ ਟਵਿੱਟਰ ਤੇ ਚੱਲ ਰਹੀ ਹੈ ਜਿਹੜੀ IT ਸੈੱਲ ਵੱਲੋਂ ਇਨਫੋਰਮੇਸ਼ਨ, ਜਿਹੜੀ ਸੱਤਾ ਦੇ ਮਨ ਦੀ ਗੱਲ ਉਹ ਕਹਿ ਰਹੀ ਹੁੰਦੀ ਹੈ। ਅਸਲ ਜਿਹੜੇ ਬਾਹਰ ਜਿਹੜੇ ਲੀਡਰ ਬਿਆਨ ਦਿੰਦੇ ਨੇ ਉਹ ਤਾਂ ਹੋਰ ਹੁੰਦੇ ਨੇ, ਜਿਨ੍ਹਾਂ ਨੂੰ ਫੋਲੋ ਕਰਦੇ ਨੇ ਉਹ ਕੀ ਕਹਿੰਦੇ ਨੇ ਉਹ ਤਾਂ ਸਮਝ ਆਉਂਦੀ ਹੈ। ਉਹ ਕਹਿ ਰਹੇ ਸੀ ਨਿਹੰਗ ਸਿੰਘਾਂ ਨੂੰ ਵੀ ਜਾਓ ਹੁਣ ਉੱਥੇ ਲੜੋ ਤੁਸੀਂ। ਮਤਲਬ ਆ ਵਿੱਚ ਜਿਹੜਾ ਜ਼ੋਮੈਟੋ ਵਾਲਾ ਮਾਰਤਾ ਇਹ ਸਾਰੀ ਸਿੱਖਾਂ ਦੇ ਨਾਂ ਲੱਗ ਰਿਹਾ ਸੀ। ਮਤਲਬ ਜਿਹੜੀ ਨਫ਼ਰਤ ਹੈ ਜਾਂ ਆਪਣੀ ਦੂਜੇ ਨੂੰ ਗਾਲ ਕੱਢ ਕੇ ਤਾਂ ਮੈਂ ਆਪਣੇ ਆਪ ਨੂੰ ਵੱਡਾ ਹੋ ਰਿਹਾ ਹੁੰਦਾ ਨਾ ਵੀ ਮੈਂ ਠੀਕ ਹਾਂ। ਇਹ ਜਿਹੜੀ ਭਾਵਨਾ ਇਹ ਛੱਡਣੀ ਪਊਗੀ। ਜਿੰਨੀ ਦੇਰ ਇਹ 'ਚ ਫਸੇ ਹੋਏ ਨੇ ਲੋਕ ਉਨੀ ਦੇਰ ਇਵੇਂ ਹੀ ਯੂਜ਼ ਹੁੰਦੇ ਰਹਿਣਗੇ ਔਰ ਮੁੱਦਤਾਂ ਤੋਂ ਹੁੰਦੇ ਆ ਰਹੇ ਨੇ। ਪਰ ਹੁਣ ਕੀ ਹੋਇਆ ਕਿ ਹੁਣ ਟੈਕਨੋਲੋਜੀ ਨੇ ਇਹਨੂੰ ਵਧਾ ਬਹੁਤ ਦਿੱਤਾ ਹੈ। ਮਾਨਸਿਕ ਗੁਲਾਮੀ ਹੈ ਜਿਹੜੀ ਸਰੀਰਕ ਗੁਲਾਮੀ ਨਾਲੋਂ ਖਤਰਨਾਕ ਹੈ ਔਰ ਮਾਨਸਿਕ ਸਮੂਹਕ ਗੁਲਾਮੀ ਹੈ ਜਿਹੜੀ। ਹੁਣ ਮੈਂ ਸਿੱਖਾਂ ਵਾਲੇ ਪੜ੍ਹ ਰਿਹਾ ਸੀ ਵੀ ਖਾਲਿਸਤਾਨ ਹੀ ਸਿਰਫ ਹੱਲ ਹੈ। ਮਤਲਬ ਖਾਲਿਸਤਾਨ ਨਾਲ ਪਾਕਿਸਤਾਨ ਬਣਿਆ ਹੋਇਆ ਹੈ। ਪਾਕਿਸਤਾਨ ਦੀ ਟਰਾਂਸਲੇਸ਼ਨ ਵੀ ਖਾਲਿਸਤਾਨ ਹੀ ਹੈ। ਖਾਲਿਸ ਤੇ ਪਾਕ ਇੱਕੋ ਹੀ ਚੀਜ਼ ਹੁੰਦੀ ਹੈ ਵੀ ਪਿਓਰ ਲੈਂਡ ਹੈ ਸਾਡੀ। ਪਿਓਰ ਲੈਂਡ 'ਚ ਪੁੱਛ ਲਓ ਮੁਸਲਮਾਨਾਂ ਨੂੰ ਜਾ ਕੇ। ਮਤਲਬ ਤੁਸੀਂ ਇਹ ਦੇਖੋ ਵੀ ਜਿੰਨੇ ਧਰਮ ਨੇ, ਕ੍ਰਿਸਚੈਨਿਟੀ ਹੈ, ਜਿੰਨੇ ਦੇਸ਼ ਨੇ, ਜਿਹੜਾ ਵਾਅਦਾ ਕਰਕੇ ਆਉਂਦੇ ਨੇ ਕਿ ਜੀ ਸੁਪਨਾ, ਮਤਲਬ ਉਹ ਤਾਲੀਬਾਨ ਨੇ ਵੀ ਇਹੀ ਸੁਪਨਾ ਦਿੱਤਾ ਸੀ ਵੀ ਇੱਦਾਂ ਦਾ ਅਸੀਂ ਆਈਡਲ ਇੱਕ ਸਟੇਟ ਬਣਾਵਾਂਗੇ। ਕੀ ਬਣ ਗਈ ਉਹ? ਪੁੱਛਦਾ ਕੋਈ? ਬਿਲਕੁਲ। ਅਸੀਂ ਜਦੋਂ ਗੱਲ ਕਰਦੇ ਹਾਂ ਸਿੱਖ ਕਹਿ ਦਿੰਦੇ ਹਾਂ ਅਸੀਂ, ਮਤਲਬ ਬਲੌਕ ਇੱਕ ਮਾਸਕ ਪਾ ਦਿੰਦੇ ਹਾਂ, ਜਾਂ ਹਿੰਦੂ ਕਹਿ ਦਿੰਦੇ ਹਾਂ। ਸਿੱਖ ਇੱਕ ਕਿਸਮ ਦੇ ਨੇ, ਨਿਹੰਗ, ਨਿਰਮਲੇ, ਉਦਾਸੀ, ਨਾਮਧਾਰੀ, ਨਾਨਕਸਰੀ। ਮਤਲਬ ਤੁਸੀਂ ਇੱਕ ਪਿੰਡ 'ਚ ਚਲੇ ਜਾਓ ਤੁਹਾਨੂੰ ਕਈ ਕਿਸਮਾਂ ਮਿਲ ਜਾਂਦੀਆਂ ਨੇ। ਹਿੰਦੂਆਂ 'ਚ ਤਾਂ ਗਿਣਤੀ ਕੋਈ ਨਹੀਂ ਹੈ। ਸੋ ਜਿਹੜੀਆਂ ਆਈਡੈਂਟੀਟੀ ਪੋਲਿਟਿਕਸ ਇੱਦਾਂ ਦੀ ਹੈ ਨਾ, ਬਲਾਈਂਡ ਆਈਡੈਂਟੀਟੀ ਪੋਲਿਟਿਕਸ, ਜਿਹਨੂੰ ਸਟੇਟ ਯੂਜ਼ ਕਰ ਰਹੀ ਹੈ ਔਰ ਮਾਰਕੀਟ ਯੂਜ਼ ਕਰ ਰਹੀ ਹੈ ਆਪਣੇ ਕਮਰਸ ਦੇ ਲਈ, ਇਹ ਹੁਣ ਇਹਦਾ ਅੰਤ ਆ ਰਿਹਾ ਹੈ। ਜਿੰਨੀ ਡੈਸਪਰੇਸ਼ਨ, ਜਿੰਨਾ ਪਾਗਲਪਣ ਦਿਖ ਰਿਹਾ ਹੈ, ਉਹ ਪਾਗਲਪਣ ਤੋਂ ਇਹ ਨਜ਼ਰ ਆ ਰਹੀ ਹੈ ਵੀ ਉੱਥੇ 20 ਫੈਮਿਲੀਜ਼ ਰਹਿ ਰਹੀਆਂ ਨੇ, ਪੂਜਾ ਪਾਠ ਕਰ ਰਹੇ ਨੇ ਉਹ ਬੰਦੇ, ਕਿਸੇ ਨੂੰ ਖਤਰਾ ਕੋਈ ਨਹੀਂ ਉਹਨਾਂ ਤੋਂ, ਕਿਸੇ ਦਾ ਉਹ ਬੁਰਾ ਨਹੀਂ ਕਹਿ ਰਹੇ ਕੁਝ। ਤੁਸੀਂ ਉਹਨਾਂ ਨੂੰ ਮਾਰਨ ਦੇ ਲਈ ਸੁਸਾਈਡ ਬੰਬਰ ਭੇਜ ਰਹੇ ਹੋ। ਅੱਛਾ, ਰਿਪੋਰਟਿੰਗ ਜਿਹੜੀ ਹੋ ਰਹੀ ਹੈ ਵੀ ਦੇਖੋ ਜੀ ਸਿੱਖਾਂ ਦਾ ਇੱਦਾਂ ਹੋ ਗਿਆ ਜੀ, ਉਹ ਹੋ ਗਿਆ। ਹੁਣ ਉੱਥੇ ਮੁਸਲਮਾਨ ਵੀ ਤਾਂ ਮਰਿਆ ਇੱਕ ਸਿਕਿਉਰਿਟੀ ਗਾਰਡ। ਬਿਲਕੁਲ। ਤੁਸੀਂ ਉਹਨਾਂ ਨੂੰ ਸਿੱਖ ਜਾਂ ਮੁਸਲਮਾਨ ਦੇ ਤੌਰ 'ਤੇ ਹੀ ਕਿਉਂ ਦੇਖ ਰਹੇ ਹੋ? ਤੁਸੀਂ ਇੱਕ ਇਨਸਾਨੀ ਸੰਕਟ ਦੇ ਤੌਰ 'ਤੇ ਜਾਂ ਹਿਊਮਨ ਕ੍ਰਾਈਸਿਸ ਦੇ ਤੌਰ 'ਤੇ ਕਿਉਂ ਨਹੀਂ ਦੇਖ ਰਹੇ? ਰੋਹਿੰਗੀਆ ਤੋਂ ਕਿਸੇ ਨੂੰ ਕੀ ਖਤਰਾ ਸੀ? ਬਿਲਕੁਲ। ਸੋ ਜਦੋਂ ਇਹ ਕਮਿਊਨਲ ਆਈਡੈਂਟੀਟੀਜ਼ ਦਾ ਜਾਂ ਆਈਡੈਂਟੀਟੀ ਪੋਲਿਟਿਕਸ ਜਦੋਂ ਇੱਦਾਂ ਵੱਧਦੀ ਹੈ ਨਾ, ਸਭ ਤੋਂ ਪਹਿਲਾ ਸ਼ਿਕਾਰ ਉਹ ਬਣਦਾ ਹੈ ਜਿਹੜਾ ਸਭ ਤੋਂ ਵਿਚਾਰਾ ਹਾਸ਼ੀਏ 'ਤੇ ਹੈ, ਮਾਰਜਨਲ ਹੈ। ਜਦੋਂ ਦੰਗੇ ਫਸਾਦ ਹੁੰਦੇ ਨੇ, ਜਦੋਂ ਪਾਰਟੀਸ਼ਨ ਦੇ ਦੌਰਾਨ ਹੋਏ, ਔਰਤਾਂ, ਬੱਚੇ, ਬੁੱਢੇ, ਮਤਲਬ ਉਹ ਵੱਡੇ ਸ਼ਿਕਾਰ ਹੁੰਦੇ ਨੇ ਉਹਦੇ ਹਮੇਸ਼ਾ। ਕਿਉਂਕਿ ਸਾਡੇ ਅੰਦਰ ਅਜੇ ਇੱਕ ਜਾਨਵਰ ਬਿਰਤੀ ਪਈ ਹੈ। ਜਾਨਵਰ ਜਦੋਂ ਲੜਦੇ ਨੇ ਇੱਕ ਦੂਜੇ ਨਾਲ, ਤੁਸੀਂ ਦੇਖਿਓ ਨਾ ਜੰਗਲ ਦੇ ਵਿੱਚ ਜ਼ਮੀਨ 'ਤੇ ਕਬਜ਼ਾ ਕਰਨ ਦੇ ਲਈ, ਚਾਹੇ ਉਹ ਸ਼ੇਰ ਨੇ ਚਾਹੇ ਕੋਈ ਨੇ, ਉਹ ਇਵੇਂ ਹੀ ਲੜਦੇ ਨੇ ਕਿ ਡੋਮੀਨੇਟ ਕਰੋ ਦੂਜੇ ਦੇ ਉੱਪਰ, ਫੋਰਸੀਬਲੀ ਤੁਸੀਂ ਉਹਨੂੰ ਮਤਲਬ ਖਤਮ ਕਰ ਦਿਓ। ਉਹ ਸਾਡੇ ਅੰਦਰੋਂ ਅਜੇ ਪਸ਼ੂ ਬਿਰਤੀ ਨਹੀਂ ਗਈ। ਬਿਲਕੁਲ ਜੀ। ਇਹ ਉਹਦੇ ਸਿੰਪਟਮ ਨੇ, ਉਹਦੇ ਰਿਜ਼ਲਟ ਨੇ। ਉਹਦੇ ਤੇ ਸ਼ਬਦਾਂ ਦਾ, ਚਾਹੇ ਧਰਮ ਦਾ, ਰਾਸ਼ਟਰ ਦਾ, ਜੋ ਮਰਜ਼ੀ ਪਰਦਾ ਪਾ ਲਓ, ਬਿਰਤੀ ਪਸ਼ੂ ਬਿਰਤੀ, ਬੇਸਿਕਲੀ ਇਹ ਪਸ਼ੂ ਬਿਰਤੀ ਹੈ ਜੀ। ਬਿਲਕੁਲ। ਪੰਡਿਤ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ, ਧੰਨਵਾਦ। ਥੈਂਕ ਯੂ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਡਾਕਟਰ ਰਵਿੰਦਰ ਸਿੰਘ ਭੱਟੀ। ਭੱਟੀ ਸਾਹਿਬ, ਤੁਸੀਂ ਜਾਣਾ ਹੈ ਕਿ ਆਹ ਜੋ ਘਟਨਾਵਾਂ ਵਾਪਰਦੀਆਂ ਨੇ ਪਿੱਛੇ ਕੀ ਕਾਰਨ ਹੁੰਦੇ ਨੇ, ਤੁਸੀਂ ਖੂਬ ਸਮਝਿਆ ਹੋਊਗਾ ਕਿ ਆਹ ਜੋ ਘਟਨਾਵਾਂ ਨੇ ਛੋਟੀ ਘਟਨਾਵਾਂ ਨਹੀਂ ਹੈਗੀਆਂ। ਤੁਸੀਂ ਆਪਣੇ ਵਿਚਾਰ ਸਾਨੂੰ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜਿਓ ਤੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।